ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਜੋ ਆਪਾਂ ਜੀਓਗ੍ਰਾਫੀ ਦੀ ਸੀਰੀਜ਼ ਸ਼ੁਰੂ ਕੀਤੀ ਹੈ, ਉਸ ਜੀਓਗ੍ਰਾਫੀ ਦੀ ਸੀਰੀਜ਼ ਦੇ ਵਿੱਚ ਜੋ ਅੱਜ ਦਾ ਮੇਰਾ ਟੌਪਿਕ ਹੈ, ਟੌਪਿਕ ਦਾ ਨਾਮ ਹੈ ਲੇਅਰਸ ਆਫ ਐਟਮੋਸਫੇਅਰ। ਇੱਕ ਅਜਿਹਾ ਟੌਪਿਕ ਹੈ ਜੋ ਇੰਡੀਆ ਦੇ ਹਰ ਐਗਜ਼ਾਮ ਦੇ ਵਿੱਚ ਕਵਰ ਹੁੰਦਾ। ਫੋਰ ਐਗਜ਼ਾਮਪਲ, ਤੁਸੀਂ ਸੀ ਟੈਟ ਦੇ ਰਹੇ ਹੋ ਜਾਂ ਤੁਸੀਂ ਪੀ ਐਸ ਟੈਟ ਦੇ ਰਹੇ ਹੋ, ਦੈਨ ਤੁਸੀਂ ਜਾਂ ਅਗਰ ਆਰ ਟੈਟ ਵੀ ਦੇਣਾ ਹੋਵੇ, ਰੀਟ ਦਾ ਐਗਜ਼ਾਮ ਦੇਣਾ ਹੋਵੇ, ਦੈਨ ਦੂਸਰੀ ਸਾਈਡ ਪੰਜਾਬ ਪੁਲਿਸ ਹੋ ਗਿਆ। ਠੀਕ ਹੈ, ਮਤਲਬ ਹਰ ਇੱਕ ਐਗਜ਼ਾਮ ਦੇ ਵਿੱਚ ਨਾ ਇਹ ਟੌਪਿਕ ਦਾ ਇੱਕ ਜਾਂ ਦੋ ਕੁਐਸਚਨ ਬਣ ਜਾਂਦੇ ਆ। ਤਾਂ ਇਹਦੀ 1 ਬਾਏ 1 ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਤਾਂ ਆਪਾਂ ਲੈਕਚਰ ਨੂੰ ਸ਼ੁਰੂ ਕਰਦੇ ਹਾਂ। ਲੈਕਚਰ ਅੱਛਾ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਫਸਟ ਹੈ ਲੇਅਰਸ ਆਫ ਐਟਮੋਸਫੇਅਰ। ਅਗਰ ਆਪਾਂ ਗੱਲ ਕਰੀਏ ਵੀ ਐਟਮੋਸਫੇਅਰ ਦੀਆਂ ਕਿਹੜੀਆਂ ਕਿਹੜੀਆਂ ਲੇਅਰ ਹੈ, ਤਾਂ ਫਸਟ ਆਫ ਆਲ ਵਾਟ ਇਜ਼ ਦਾ ਮੀਨਿੰਗ ਆਫ ਐਟਮੋਸਫੇਅਰ। ਐਟਮੋਸਫੇਅਰ ਨੂੰ ਆਪਾਂ ਐਂ ਕਹਿ ਸਕਦੇ ਹਾਂ, ਇਟ ਇਜ਼ ਏ ਬਲੈਂਕਟ ਆਫ ਏਅਰ। ਬਲੈਂਕਟ ਆਫ ਏਅਰ, ਐਟਮੋਸਫੇਅਰ ਕੀ ਹੈ? ਬੇਸਿਕਲੀ ਬਲੈਂਕਟ ਆਫ ਏਅਰ ਹੈ, ਮਤਲਬ ਆਪਣੇ ਆਸ-ਪਾਸ ਨਾ, ਆਪਣੇ ਆਸ-ਪਾਸ ਜਿਵੇਂ ਆਪਾਂ ਇੱਥੇ ਹਾਂ ਤਾਂ ਆਪਣੇ ਆਸ-ਪਾਸ ਕੀ ਹੈ? ਇੱਕ ਹਵਾ ਦਾ ਲਿਫਾਫਾ ਹੈ। ਆਪਣੀ ਧਰਤੀ 'ਤੇ ਆਪਣੇ ਆਸ-ਪਾਸ ਇੱਕ ਹਵਾ ਦਾ ਲਿਫਾਫਾ ਹੈ, ਜਿਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਇਸ ਨੂੰ ਆਪਾਂ ਕੀ ਕਹਾਂਗੇ? ਇਸ ਨੂੰ ਆਪਾਂ ਐਟਮੋਸਫੇਅਰ ਬੋਲਾਂਗੇ। ਠੀਕ ਹੈ, ਤਾਂ ਅਗਰ ਆਪਾਂ ਦੇਖੀਏ ਐਟਮੋਸਫੇਅਰ ਦੇ ਵਿੱਚ ਲੇਅਰਸ ਕਿਹੜੀਆਂ ਕਿਹੜੀਆਂ ਹੈ, ਤਾਂ ਐਟਮੋਸਫੇਅਰ ਦੇ ਵਿੱਚ ਲੇਅਰ ਕਿਹੜੀਆਂ ਕਿਹੜੀਆਂ? ਫਸਟ ਲੇਅਰ ਹੈ ਜਿਹੜੀ, ਉਹ ਟ੍ਰੋਪੋਸਫੀਅਰ ਹੈ। ਦੈਨ ਟ੍ਰੋਪੋਸਫੀਅਰ ਤੋਂ ਬਾਅਦ ਜੋ ਸੈਕਿੰਡ ਲੇਅਰ ਹੈ, ਸਟ੍ਰੇਟੋਸਫੀਅਰ। ਸਟ੍ਰੇਟੋਸਫੀਅਰ ਤੋਂ ਬਾਅਦ ਥਰਡ ਲੇਅਰ ਮੀਜ਼ੋਸਫੀਅਰ। ਫੋਰਥ ਲੇਅਰ ਥਰਮੋਸਫੀਅਰ, ਜਾਂ ਇਸ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਜਿਹਦਾ ਨਾਮ ਹੈ ਆਈਨੋਸਫੀਅਰ। ਤਾਂ ਔਰ ਲਾਸਟ ਲੇਅਰ ਕਿਹੜੀ ਹੈ? ਲਾਸਟ ਲੇਅਰ ਹੈ ਐਗਜ਼ੋਸਫੀਅਰ। ਆਪਾਂ 1 ਬਾਏ 1 ਇਹਨਾਂ ਦੀ ਡਿਟੇਲ ਯਾਦ ਕਰਨੀ ਹੈ। ਤੁਸੀਂ ਯਾਦ ਰੱਖਣਾ ਵੀ ਫਸਟ ਟ੍ਰੋਪੋ ਹੈ, ਦੈਨ ਸਟ੍ਰੈਟੋ ਹੈ, ਦੈਨ ਮੀਜ਼ੋ ਹੈ, ਮੀਜ਼ੋ ਤੋਂ ਬਾਅਦ ਥਰਮੋ ਜਾਂ ਆਈਨੋ ਹੈ, ਔਰ ਲਾਸਟ 'ਤੇ ਕਿਹੜੀ ਹੈ? ਐਗਜ਼ੋਸਫੀਅਰ ਹੈ। ਠੀਕ ਹੈ, ਆਪਾਂ 1 ਬਾਏ 1 ਇਹਨਾਂ ਦੀ ਡਿਟੇਲ ਕਰਦੇ ਹਾਂ। ਫਸਟ ਲੇਅਰ ਟ੍ਰੋਪੋਸਫੀਅਰ। ਦੇਖੋ ਟ੍ਰੋਪੋਸਫੀਅਰ, ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਦ ਕਲੋਜ਼ਸਟ ਲੇਅਰ ਆਫ ਅਰਥ। ਜਿਹੜੀ ਅਰਥ ਦੇ ਬਿਲਕੁਲ ਕਲੋਜ਼ਸਟ ਜਿਹੜੀ ਲੇਅਰ ਹੈ, ਉਹਦਾ ਨਾਂ ਟ੍ਰੋਪੋਸਫੀਅਰ ਹੈ। ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ, ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਆਪਾਂ ਕਿ ਲੋਅਰ ਮੋਸਟ ਲੇਅਰ ਆਫ ਦਾ ਅਰਥ। ਐਟਮੋਸਫੇਅਰ ਸਭ ਤੋਂ ਲੋਅਰ ਹੈ, ਓਬਵੀਅਸ ਦੀ ਗੱਲ ਹੈ ਵੀ ਸਭ ਤੋਂ ਪਹਿਲੀ ਲੇਅਰ ਹੈ ਤਾਂ ਲੋਅਰ ਹੀ ਹੋਏਗੀ। ਇਹਦੀ ਹਾਈਟ ਹੈ ਜਿਹੜੀ, ਐਵਰੇਜ ਹਾਈਟ ਹੈ ਨਾ, ਉਹ 12 ਕਿਲੋਮੀਟਰ ਤੱਕ ਹੈ। ਐਵਰੇਜ ਹਾਈਟ ਹੈ ਜਿਹੜੀ 12 ਕਿਲੋਮੀਟਰ ਤੱਕ ਹੈ, ਬਟ ਇਹਦੀ ਜਿਹੜੀ ਐਕਚੁਅਲ ਹਾਈਟ ਵੇਰੀ ਕਰਦੀ ਹੈ। ਜਿਵੇਂ 9 ਕਿਲੋਮੀਟਰ ਤਾਂ ਹੋ ਗਿਆ ਜੀਓਗ੍ਰਾਫੀਕਲ ਪੋਲ ਤੋਂ, ਜੇ ਆਪਾਂ ਮੈਜ਼ਰ ਕਰੀਏ, ਅਤੇ 17 ਕਿਲੋਮੀਟਰ ਇਕੁਏਟਰ ਤੋਂ। ਕਿਉਂ? ਇਕੁਏਟਰ 'ਤੇ ਬਿਲਕੁਲ ਗਰਾਊਂਡ 'ਤੇ ਤੁਸੀਂ ਖੜ੍ਹੇ ਹੋ, ਇਕੁਏਟਰ 'ਤੇ ਹੈ, ਅਤੇ ਇੱਥੋਂ ਜਿਹੜੀ ਹਾਈਟ ਜਾਏਗੀ ਉਹ ਕਿੰਨੀ ਹੋਏਗੀ? 17 ਕਿਲੋਮੀਟਰ ਹੋਏਗੀ। ਔਰ ਅਗਰ ਆਪਾਂ ਪੋਲ ਤੋਂ ਗੱਲ ਕਰੀਏ, ਜਿੱਥੇ ਆਲਰੇਡੀ ਹਾਈਟ ਹੈ, ਉੱਥੋਂ ਮੈਂ ਮੈਜ਼ਰ ਕਰਾਂ ਤਾਂ ਉੱਥੋਂ ਕਿੰਨੀ ਹੋਏਗੀ? ਉਸ ਪੋਲਸ ਤੋਂ ਕਿੰਨੀ ਹੋਏਗੀ? ਤਾਂ ਇਹ ਪੋਲਸ ਤੋਂ ਹੋਏਗੀ 9 ਕਿਲੋਮੀਟਰ। ਮਤਲਬ ਠੀਕ ਹੈ, ਤਾਂ ਆਪਾਂ ਜੇ ਟੋਟਲ ਲੈ ਕੇ ਚੱਲੀਏ ਤਾਂ ਇਹਦੀ ਹਾਈਟ, ਐਵਰੇਜ ਹਾਈਟ ਕਿੰਨੀ ਕਰਦੀ ਹੈ? 12 ਕਿਲੋਮੀਟਰ ਤੱਕ ਹੁੰਦੀ ਹੈ। ਠੀਕ ਹੈ, ਹੁਣ ਨਾ ਕੀ ਹੈ, ਇੱਕ ਨਾ ਪੁਆਇੰਟ ਆਉਂਦਾ, ਵਾਟ ਇਜ਼ ਦਾ ਮੀਨਿੰਗ ਆਫ ਟ੍ਰੋਪੋਪੌਜ਼। ਦੇਖੋ ਜਿੱਥੇ ਫਸਟ ਲੇਅਰ ਖਤਮ ਹੋਈ, ਫਸਟ ਲੇਅਰ ਦਾ ਨਾਮ ਕੀ ਹੈ? ਟ੍ਰੋਪੋਸਫੀਅਰ। ਸੈਕਿੰਡ ਲੇਅਰ ਦਾ ਨਾਮ ਕੀ ਹੈ? ਸਟ੍ਰੇਟੋਸਫੀਅਰ। ਅਤੇ ਫਸਟ ਲੇਅਰ ਦਾ ਨਾਮ ਕੀ ਹੈ? ਟ੍ਰੋਪੋਸਫੀਅਰ। ਹੁਣ ਜਿੱਥੇ ਬਾਊਂਡਰੀ, ਇੱਕ ਬਾਊਂਡਰੀ ਹੈ ਕਿਹਦੇ ਵਿੱਚ? ਸਟ੍ਰੈਟੋਸਫੀਅਰ ਦੇ ਵਿੱਚ ਅਤੇ ਟ੍ਰੋਪੋਸਫੀਅਰ ਦੇ ਵਿੱਚ ਇੱਕ ਬਾਊਂਡਰੀ ਹੈ। ਜਿਸ ਬਾਊਂਡਰੀ ਨੂੰ ਆਪਾਂ ਕੀ ਕਹਿ ਸਕਦੇ ਹਾਂ? ਉਸ ਬਾਊਂਡਰੀ ਨੂੰ ਆਪਾਂ ਕੀ ਕਹਾਂਗੇ? ਉਸ ਨੂੰ ਆਪਾਂ ਟ੍ਰੋਪੋਪੌਜ਼ ਦੇ ਨਾਂ ਨਾਲ ਜਾਣਾਂਗੇ। ਠੀਕ ਹੈ, ਹੁਣ ਇੱਕ ਚੀਜ਼ ਆਪਾਂ ਹੋਰ ਸਮਝਦੇ ਹਾਂ ਵੀ ਜਿਹੜੀ ਇਹ ਲੇਅਰ ਹੈ ਟ੍ਰੋਪੋਸਫੀਅਰ ਹੈ, ਇਹਦੇ ਵਿੱਚ ਹੁੰਦਾ ਕੀ ਹੈ? ਤਾਂ ਇਹਦੇ ਬਾਰੇ ਆਪਾਂ ਦੇਖਦੇ ਹਾਂ। ਦੇਖੋ ਜਿਹੜੇ ਕਲਾਊਡਸ ਫੋਮ ਹੁੰਦੇ ਹੈ, ਵਿੰਡਸ ਚੱਲਦੀਆਂ, ਰੇਨ, ਡਸਟ ਹੈ, ਸਟ੍ਰੋਮ ਹੈ। ਠੀਕ ਹੈ, ਉਸ ਤੋਂ ਬਾਅਦ ਜਿੰਨੀਆਂ ਵੀ ਆਪਾਂ, ਇੱਕ ਇਹਨੂੰ ਮੈਂ 1 ਲਾਈਨ 'ਚ ਕਹਾਂ ਤਾਂ ਜਿੰਨੀਆਂ ਵੀ ਫਿਜ਼ੀਕਲ ਕੰਡੀਸ਼ਨਸ ਹੋ ਰਹੀਆਂ ਸਾਰੀਆਂ ਕਿਹੜੀਆਂ ਹੋਣਗੀਆਂ? ਫਿਜ਼ੀਕਲ ਕੰਡੀਸ਼ਨਸ ਜਿੰਨੀਆਂ ਵੀ ਹੈ, ਵਿੰਡ, ਸਟ੍ਰੋਮ, ਠੀਕ ਹੈ, ਸਭ ਕੁਛ ਹੈ ਜਿਹੜੇ ਉਹ ਕਿਹੜੀ ਲੇਅਰ ਦੇ ਵਿੱਚ ਹੋਏਗਾ? ਇਸ ਫਸਟ ਲੇਅਰ ਦੇ ਵਿੱਚ ਹੋਏਗਾ। ਜੇ ਮੰਨ ਲਓ ਤੁਹਾਨੂੰ ਪੁੱਛ ਲਿਆ ਜਾਵੇ ਕਿ ਥੰਡਰ ਸਟੋਮ, ਠੀਕ ਹੈ, ਜੇ ਥੰਡਰ ਸਟੋਮ ਹੈ ਜਿਹੜੇ ਉਹ ਕਿਹੜੀ ਲੇਅਰ ਦੇ ਵਿੱਚ ਹੋਣਗੇ ਜਿਹੜੇ, ਠੀਕ ਹੈ, ਤਾਂ ਤੁਸੀਂ ਆਨਸਰ ਕੀ ਦਓਗੇ? ਥੰਡਰ ਸਟੋਮ ਕਿਹੜੀ ਲੇਅਰ 'ਚ ਹੋਣਗੇ? ਟ੍ਰੋਪੋਸਫੀਅਰ ਦੇ ਵਿੱਚ ਹੋਣਗੇ। ਅੱਛਾ, ਇੱਥੇ ਨਾ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੁੰਦਾ, ਬਰਡਸ
fly in which layer, ਵੀ ਬਰਡ ਹੈ ਜਿਹੜੇ ਕਿਹੜੀ ਲੇਅਰ ਦੇ ਵਿੱਚ ਫਲਾਈ ਕਰਦੇ ਆ, ਤਾਂ ਆਪਣਾ ਆਨਸਰ ਆਏਗਾ ਬਰਡ ਹੈ ਜਿਹੜੇ ਉਹ ਟ੍ਰੋਪੋਸਫੀਅਰ ਦੇ ਵਿੱਚ ਫਲਾਈ ਕਰਦੇ ਆ। ਠੀਕ ਹੈ, ਹਾਂਜੀ ਅੱਗੇ ਚੱਲਦੇ ਹਾਂ ਆਪਾਂ ਸੈਕਿੰਡ ਲੇਅਰ ਦੇ ਬਾਰੇ ਗੱਲ ਕਰਦੇ ਹਾਂ। ਸੈਕਿੰਡ ਲੇਅਰ ਦਾ ਨਾਮ ਹੈ ਸਟ੍ਰੈਟੋਸਫੀਅਰ। ਅਗੇਨ ਤੁਸੀਂ ਗੱਲ ਯਾਦ ਰੱਖਣੀ ਹੈ ਫਸਟ ਆਫ ਆਲ ਕਿ ਜਿਹੜੀ ਇਹਦੀ ਐਲਟੀਟਿਊਡ ਹੈ ਉਹ ਕਿੱਥੋਂ ਤੋਂ ਕਿੱਥੋਂ ਲੈ ਕੇ 50 ਕਿਲੋਮੀਟਰ ਤੋਂ ਲੈ ਕੇ 55 ਕਿਲੋਮੀਟਰ ਤੱਕ ਹੈ ਇਹਦਾ ਐਲਟੀਟਿਊਡ। ਐਲਟੀਟਿਊਡ ਮਤਲਬ ਇਹਦੀ ਹਾਈਟ ਹੈ ਜਿਹੜੀ ਉਹ 50 ਕਿਲੋਮੀਟਰ ਤੋਂ ਲੈ ਕੇ 55 ਕਿਲੋਮੀਟਰ ਤੱਕ ਹੈ। ਠੀਕ ਹੈ, ਔਰ ਇਹ ਕਿੱਥੋਂ ਮੈਜ਼ਰ ਕੀਤੀ ਜਾਏਗੀ? ਸਟ੍ਰੈਟੋਪੋਜ਼ ਤੋਂ। ਹੁਣ ਆਈ ਹੋਪ ਕਿ ਤੁਹਾਨੂੰ ਸਟ੍ਰੈਟੋਪੋਜ਼ ਕਲੀਅਰ ਹੈ। ਸਟ੍ਰੈਟੋਪੋਜ਼ ਕੀ ਹੋਇਆ, ਠੀਕ ਹੈ, ਤੇ ਉਸ ਤੋਂ ਬਾਅਦ ਨੈਕਸਟ ਦੇਖੋ, ਨੈਕਸਟ ਚੀਜ਼ ਹੈ ਆਪਾਂ ਹੁਣ ਨਾ ਇੱਕ ਗੱਲ ਹੋਰ ਸਮਝਦੇ ਹਾਂ ਕਿ ਇਸ ਲੇਅਰ ਦੇ ਵਿੱਚ ਨਾ ਫਸਟ ਆਫ ਆਲ ਅਜੋਨ ਲੇਅਰ ਪ੍ਰੈਜੈਂਟ ਹੈ ਇਸ ਲੇਅਰ ਦੇ ਵਿੱਚ। ਹੁਣ ਆਪਾਂ ਨੂੰ ਪਤਾ ਹੈ ਅਜੋਨ ਲੇਅਰ ਕੀ ਹੈ। ਅਜੋਨ ਦਾ ਫਾਰਮੂਲਾ ਕੀ ਹੁੰਦਾ ਹੈ? O2 ਪਲੱਸ O, ਇਹ ਆਪਣੀ ਕੀ ਬਣੇਗੀ? O3 ਬਣੇਗੀ। ਠੀਕ ਹੈ, ਅਜੋਨ ਦਾ ਫਾਰਮੂਲਾ ਹੁੰਦਾ। ਅਜੋਨ ਕੀ ਕਰਦੀ ਹੈ? ਆਪਾਂ ਨੂੰ ਕਿਸ ਤੋਂ ਪ੍ਰੋਟੈਕਟ ਕਰਦੀ ਹੈ? UV ਰੇਸ ਤੋਂ ਆਪਾਂ ਨੂੰ ਬਚਾ ਕੇ ਰੱਖਦੀ ਹੈ, ਹੈ ਨਾ। UV ਰੇਸ ਤੋਂ ਆਪਾਂ ਨੂੰ ਬਚਾਉਂਦੀ ਹੈ ਅਜੋਨ ਲੇਅਰ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਇੱਕ ਹੋ ਗਿਆ ਅਜੋਨ ਲੇਅਰ ਇਹਦੇ ਵਿੱਚ ਪ੍ਰੈਜੈਂਟ ਹੈ। ਅਤੇ ਉਸ ਤੋਂ ਬਾਅਦ ਇਸ ਲੇਅਰ ਦੇ ਵਿੱਚ ਨਾ ਇਸ ਲੇਅਰ ਦੇ ਵਿੱਚ ਜੈਟ ਏਅਰਵੇਜ਼ ਉੱਡਦੇ ਹੈ। ਠੀਕ ਹੈ, ਆਹ ਕੁਐਸਚਨ ਮੋਸਟ ਇੰਪੋਰਟੈਂਟ ਹੈ। ਬਹੁਤ ਵਾਰ ਪੇਪਰ 'ਚ ਪੁੱਛਿਆ ਗਿਆ ਹੈ ਕਿ ਜੈਟ ਏਅਰਵੇਜ਼ ਕਿਹੜੀ ਲੇਅਰ ਦੇ ਵਿੱਚ ਉੱਡਦੇ ਆ, ਅਤੇ ਤੁਸੀਂ ਆਨਸਰ ਦੋਗੇ ਜੈਟ ਏਅਰਵੇਜ਼ ਹੈ ਜਿਹੜੇ ਫਲਾਈ ਕਰਦੇ ਆ। ਕਿਹੜੀ ਲੇਅਰ 'ਚ ਫਲਾਈ ਕਰਦੇ ਆ? ਉਹ ਇਸ ਲੇਅਰ ਦੇ ਵਿੱਚ ਫਲਾਈ ਕਰਦੇ ਆ। ਠੀਕ ਹੈ, ਨੈਕਸਟ ਦੇਖਦੇ ਹਾਂ ਆਪਾਂ ਅਗਲਾ ਮੀਜ਼ੋਸਫੀਅਰ। ਦੇਖੋ ਜਿਹੜੀ ਸੈਕਿੰਡ ਲੇਅਰ ਸੀ ਨਾ, ਸੈਕਿੰਡ ਲੇਅਰ ਦੇ ਵਿੱਚ ਕੀ ਪ੍ਰੈਜੈਂਟ ਸੀ? ਸੈਕਿੰਡ ਲੇਅਰ ਦੇ ਵਿੱਚ ਆਪਾਂ ਕਿਹਾ ਅਜੋਨ ਲੇਅਰ ਪ੍ਰੈਜੈਂਟ ਹੈ ਨਾ। ਆਪਾਂ ਕਿਹਾ ਇਹਦਾ ਮਤਲਬ ਇਹ ਹੋਏਗਾ ਕਿ ਅਜੋਨ ਲੇਅਰ ਨੇ ਨਾ ਹੀਟ ਨੂੰ ਕੀ ਕੀਤਾ? ਕਿਤੇ ਨਾ ਕਿਤੇ ਹੀਟ ਨੂੰ ਅਬਜ਼ੋਰਵ ਕੀਤਾ। ਡਨ, ਹੀਟ ਨੂੰ ਅਬਜ਼ੋਰਵ ਕੀਤਾ। ਇਹਦਾ ਮਤਲਬ ਕੀ ਹੋਏਗਾ ਕਿ ਉੱਥੇ ਜਿਹੜੀ ਹੀਟ ਹੈ ਉਹ ਵੱਧ ਹੋਏਗੀ। ਇਹਦਾ ਮਤਲਬ ਕੀ ਹੋਇਆ ਕਿ ਉੱਥੋਂ ਦਾ ਟੈਂਪਰੇਚਰ ਹੈ ਜਿਹੜਾ ਉਸ ਲੇਅਰ ਦਾ ਟੈਂਪਰੇਚਰ ਰਾਈਜ਼ ਹੋਏਗਾ। ਹੁਣ ਹੁੰਦਾ ਕੀ ਹੈ ਬੇਸਿਕਲੀ, ਜਦੋਂ ਥਰਡ ਲੇਅਰ ਤੱਕ ਆਪਾਂ ਪਹੁੰਚਦੇ ਹਾਂ ਨਾ, ਤਾਂ ਥਰਡ ਲੇਅਰ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ? ਟੈਂਪਰੇਚਰ ਹੈ ਨਾ ਜਿਹੜਾ ਉਹ ਸਡਨਲੀ ਡਾਊਨ ਹੁੰਦਾ ਕਾਫੀ ਜ਼ਿਆਦਾ, ਔਰ ਈਵਨ ਇਹ ਕੰਸੀਡਰ ਕੀਤਾ ਜਾਂਦਾ ਕਿ ਇਹ -80 ਡਿਗਰੀ ਸੈਲਸੀਅਸ ਤੱਕ ਵੀ ਚਲਾ ਜਾਂਦਾ ਹੈ। ਠੀਕ ਹੈ, ਤਾਂ ਇਹਦੇ 'ਚ ਟੈਂਪਰੇਚਰ ਡਾਊਨ ਕਾਫੀ ਜ਼ਿਆਦਾ ਹੁੰਦਾ ਹੈ। ਠੀਕ ਹੈ, ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਵੀ ਇਸ ਲੇਅਰ ਦੇ ਵਿੱਚ ਜਿਹੜਾ ਉਹ ਟੈਂਪਰੇਚਰ ਡਾਊਨ ਕਾਫੀ ਹੁੰਦਾ। ਥਰਡ ਹਾਈਐਸਟ ਲੇਅਰ ਹੈ। ਠੀਕ ਹੈ, ਉਸ ਤੋਂ ਬਾਅਦ ਇਹਦੇ ਬਾਰੇ ਆ ਗਿਆ ਸਟ੍ਰੈਟੋਪੋਜ਼ ਤੋਂ ਲੈ ਕੇ 50 ਕਿਲੋਮੀਟਰ ਤੱਕ ਇਹ ਐਕਸਟੈਂਡ ਕੀਤੀ ਹੋਈ ਹੈ। ਠੀਕ ਹੈ, ਅਤੇ ਜੇ ਆਪਾਂ ਔਰ ਜੇ ਇਹਨੂੰ ਸੀ ਲੈਵਲ ਤੋਂ ਦੇਖੀਏ ਤਾਂ 80 ਤੋਂ 85 ਕਿਲੋਮੀਟਰ ਤੱਕ ਜਿਹੜੀ ਹੈ ਇਹਦੀ ਹਾਈਟ ਹੈ। ਇੱਕ ਗੱਲ ਹੋਰ ਤੁਸੀਂ ਯਾਦ ਰੱਖਣੀ ਹੈ, 99% ਅਗਰ ਲੇਅਰ ਦੇ ਵਿੱਚੋਂ ਪੁੱਛਿਆ ਜਾਵੇ ਨਾ ਕੁਐਸਚਨ, ਤਾਂ ਇਹੀ ਪੁੱਛਿਆ ਜਾਂਦਾ ਹੁੰਦਾ ਉਹਨਾਂ ਦੀ ਹਾਈਟ ਦੇ ਅਕੋਰਡਿੰਗ। ਪਹਿਲੀ ਲੇਅਰ ਦਾ ਨਾ ਜ਼ਰੂਰ ਯਾਦ ਰੱਖਣਾ ਕੀ ਹੈ? 9 ਕਿਲੋਮੀਟਰ ਤੋਂ ਲੈ ਕੇ 17 ਕਿਲੋਮੀਟਰ ਤੱਕ ਪਹਿਲੀ ਲੇਅਰ ਦੀ ਨਾ ਜਿਹੜੀ ਹਾਈਟ ਹੈ ਉਹ ਕਈ ਵਾਰੀ ਪੁੱਛੀ ਗਈ ਹੈ ਐਗਜ਼ਾਮ ਦੇ ਵਿੱਚ। ਠੀਕ ਹੈ, ਨੈਕਸਟ ਦੇਖਦੇ ਹਾਂ ਆਪਾਂ ਥਰਮੋਸਫੀਅਰ। ਥਰਮੋਸਫੀਅਰ ਦਾ ਦੂਸਰਾ ਨਾਮ ਕੀ ਹੈ? ਤਾਂ ਇਹਦਾ ਦੂਸਰਾ ਨਾਮ ਕੀ ਹੈ? ਆਇਨੋਸਫੀਅਰ ਹੈ। ਹੁਣ ਆਇਨ ਹੁੰਦੇ ਕੀ ਹੈ? ਆਇਨ ਪੋਜ਼ੀਟਿਵ ਜਾਂ ਨੈਗੇਟਿਵ ਚਾਰਜ ਪਾਰਟੀਕਲਸ ਹੈ। ਕਿਹੜੇ ਪਾਰਟੀਕਲ ਹੈ? ਪੋਜ਼ੀਟਿਵ ਜਾਂ ਨੈਗੇਟਿਵ ਚਾਰਜ ਪਾਰਟੀਕਲ ਹੈ। ਠੀਕ ਹੈ, ਤਾਂ ਆਇਨੋਸਫੀਅਰ ਦਾ ਬੈਨੀਫਿਟ ਕੀ ਹੈ? ਆਇਨੋਸਫੀਅਰ ਨੂੰ ਆਇਨੋਸਫੀਅਰ ਹੈ ਜਿਹੜਾ ਇਹਦੇ ਵਿੱਚ ਰੇਡੀਓ ਕਮਿਊਨੀਕੇਸ਼ਨ ਬਹੁਤ ਵਧੀਆ ਹੁੰਦੀ ਹੈ। ਐਗਜ਼ਾਮ ਨੇ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈ ਵੀ ਰੇਡੀਓ ਕਮਿਊਨੀਕੇਸ਼ਨ ਦੇ ਲਈ ਜਿਹੜੀ ਬੈਸਟ ਲੇਅਰ ਹੈ ਉਹ ਕਿਹੜੀ ਹੈ? ਤਾਂ ਆਪਣਾ ਆਨਸਰ ਆਏਗਾ ਕਿ ਉਹ ਰੇਡੀਓ ਕਮਿਊਨੀਕੇਸ਼ਨ ਦੇ ਲਈ ਜਿਹੜੀ ਸੂਟੇਬਲ ਲੇਅਰ ਹੈ, ਅਤੇ ਵਰਡ ਪੁੱਛਿਆ ਜਾਂਦਾ ਸੂਟੇਬਲ ਲੇਅਰ, ਤਾਂ ਆਪਣਾ ਆਨਸਰ ਆਏਗਾ ਕਿ ਆਇਨੋਸਫੀਅਰ ਹੈ। ਠੀਕ ਹੈ, ਤਾਂ ਹੁਣ ਇੱਕ ਗੱਲ ਹੋਰ ਹੈ, ਅਗਰ ਪੁੱਛਿਆ ਜਾਵੇ ਕਿ ਆਇਨੋਸਫੀਅਰ ਹੈ ਕਿੱਥੇ ਹੈ, ਤਾਂ ਬੇਸਿਕਲੀ ਜਿਹੜਾ ਲੋਅਰ ਪਾਰਟ ਹੈ ਥਰਮੋਸਫੀਅਰ ਦਾ, ਦ ਲੋਅਰ part of thermosphere from 80 to 550 kilometer above earth surface contain
ਆਈਨੋਸਫੀਅਰ। ਉਸ ਤੋਂ ਬਾਅਦ ਜਿਹੜਾ ਅੱਪਰ ਪਾਰਟ ਆ ਜਾਂਦਾ ਉਹਦੇ ਵਿੱਚ ਹੀਟ ਜ਼ਿਆਦਾ ਹੁੰਦੀ ਹੈ, ਟੈਂਪਰੇਚਰ ਇਨਕਰੀਜ਼ ਬਹੁਤ ਜ਼ਿਆਦਾ ਹੋ ਜਾਂਦਾ, ਤਾਂ ਉੱਪਰ ਵਾਲੇ ਪਾਰਟ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਦ ਟੈਂਪਰੇਚਰ ਕੈਨ ਰਾਈਜ਼ ਟੂ 1500 ਡਿਗਰੀ ਸੈਲਸੀਅਸ, ਵੀ 1500 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਚਲਾ ਜਾਂਦਾ ਹੈ। ਅਤੇ ਜਿਹੜਾ ਉੱਪਰ ਵਾਲਾ ਪਾਰਟ ਹੈ ਉਸ ਨੂੰ ਕੀ ਕਹਿ ਜਾਂਦੇ ਹੈ, ਉਸ ਨੂੰ ਥਰਮੋਸਫੀਅਰ ਕਹਿ ਦਿੰਦੇ ਆ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਠੀਕ ਹੈ ਜੀ। ਲਾਸਟ ਆ ਗਿਆ ਐਗਜ਼ੋਸਫੀਅਰ। ਐਗਜ਼ੋਸਫੀਅਰ ਹੈ ਜਿਹੜੀ ਉਹ ਬਿਲਕੁਲ ਆਊਟਰ ਸਪੇਸ ਵਾਲੀ ਆ ਗਈ, ਲੇਅਰ ਆ ਗਈ। ਠੀਕ ਹੈ। ਐਗਜ਼ੋਸਫੀਅਰ ਇਜ਼ ਦਾ ਆਊਟਰ ਮੋਸਟ ਲੇਅਰ ਆਫ ਦਾ ਅਰਥ ਐਟਮੋਸਫੀਅਰ, ਐਕਸਟੈਂਡ ਫਰੋਮ ਦਾ ਆਈਸੋਬੇਸ ਤੋਂ, ਹੈ ਨਾ, ਐਕਸਟੈਂਡ ਕੀਤੀ ਗਈ। ਆਈਸੋਬੇਸ ਕੀ ਹੈ, ਦ ਲੋਅਰ ਬਾਊਂਡਰੀ ਆਫ ਆਈਸੋਸਫੀਅਰ ਹੈ। ਬੇਸਿਕਲੀ ਤੁਸੀਂ ਕਰਨਾ ਕੀ ਹੈ, ਜੋ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਿਰਫ ਇੰਨਾ ਯਾਦ ਰੱਖ ਲਓ ਕਿ ਲਾਸਟ ਲੇਅਰ ਕਿਹੜੀ ਹੈ, ਉਹ ਐਗਜ਼ੋਸਫੀਅਰ ਹੈ। ਠੀਕ ਹੈ ਜੀ। ਲਾਸਟ ਲੇਅਰ ਕਿਹੜੀ ਹੈ, ਉਹ ਐਗਜ਼ੋਸਫੀਅਰ ਹੈ। ਹੁਣ ਇੱਕ ਵਾਰੀ ਮੇਰੇ ਨਾਲ ਰਿਵੀਜ਼ਨ ਕਰ ਲਓ। ਫਸਟ ਲੇਅਰ ਆਪਾਂ ਕਿਹੜੀ ਕੀਤੀ ਸੀਗੀ, ਫਸਟ ਲੇਅਰ ਆਪਾਂ ਕੀਤੀ ਸੀ ਟ੍ਰੋਪੋਸਫੀਅਰ। ਸੈਕਿੰਡ ਲੇਅਰ ਆਪਾਂ ਕਿਹੜੀ ਕੀਤੀ ਹੈ, ਸੈਕਿੰਡ ਲੇਅਰ ਆਪਾਂ ਕੀਤੀ ਹੈ ਸਟ੍ਰੈਟੋਸਫੀਅਰ। ਥਰਡ ਲੇਅਰ ਆਪਾਂ ਲਿਖੀ ਹੈ ਮੀਜ਼ੋਸਫੀਅਰ। ਮੀਜ਼ੋਸਫੀਅਰ ਤੋਂ ਬਾਅਦ ਫੋਰਥ ਲੇਅਰ ਆਪਾਂ ਲਿਖੀ ਹੈ ਥਰਮੋਸਫੀਅਰ। ਔਰ ਥਰਮੋ ਨੂੰ ਆਪਾਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ, ਆਈਨੋਸਫੀਅਰ ਦੇ ਨਾਲ ਜਾਣਦੇ ਹਾਂ। ਔਰ ਲਾਸਟ ਲੇਅਰ ਆਪਾਂ ਕੀ ਲਿਖੀ ਹੈ, ਐਗਜ਼ੋਸਫੀਅਰ ਲਿਖੀ ਹੈ। ਜੇ ਮੈਂ ਗੱਲ ਕਰਾਂ 1 ਬਾਏ 1 ਵੀ ਟ੍ਰੋਪੋਸਫੀਅਰ ਦੇ ਵਿੱਚ ਕੀ ਹੁੰਦਾ, ਤਾਂ ਮੈਂ ਆਪਣਾ ਜਿਹੜਾ ਬਿਲਕੁਲ ਸਟਾਰਟਿੰਗ ਵਾਲਾ ਡਾਇਗਰਾਮ ਹੈ ਮੈਂ ਤੁਹਾਨੂੰ ਉੱਥੋਂ ਕਲੀਅਰ ਕਰ ਦਿੰਦਾ ਕਿ ਥਰਮੋਸਫੀਅਰ ਦੇ ਵਿੱਚ ਕੀ ਹੁੰਦਾ। ਦੇਖੋ 1 ਬਾਏ 1 ਵੇਖਦੇ ਹਾਂ। ਫਸਟ ਲੇਅਰ ਸੀ ਟ੍ਰੋਪੋਸਫੀਅਰ। ਟ੍ਰੋਪੋਸਫੀਅਰ ਦੇ ਵਿੱਚ ਕੀ ਹੋਏਗਾ, ਜਿੰਨੀਆਂ ਵੀ ਫਿਜ਼ੀਕਲ ਕੰਡੀਸ਼ਨਸ ਹੈ, ਜਿੰਨੀਆਂ ਵੀ ਫਿਜ਼ੀਕਲ ਕੰਡੀਸ਼ਨ ਹੈ, ਫੋਰ ਐਗਜ਼ਾਮਪਲ ਕਲਾਊਡ ਫੋਮ ਹੋ ਰਹੇ ਹੈ, ਠੀਕ ਹੈ, ਜਾਂ ਬਰਡਸ ਉੱਡ ਰਹੇ ਹੈ, ਠੀਕ ਹੈ, ਜਾਂ ਸਟ੍ਰੋਮ ਆ ਰਹੇ ਹੈ। ਫਿਜ਼ੀਕਲ ਕੰਡੀਸ਼ਨ 'ਚ ਹੋ ਗਿਆ ਕਲਾਊਡਸ ਹੋ ਗਿਆ, ਸਟ੍ਰੋਮ ਹੋ ਗਿਆ, ਵਿੰਡ ਹੋ ਗਈ, ਰੇਨ ਹੋ ਗਈ, ਇਹ ਸਭ ਕਿਹੜੀ ਲੇਅਰ 'ਚ ਹੋਏਗਾ, ਤਾਂ ਇਹ ਸਭ ਟ੍ਰੋਪੋਸਫੀਅਰ 'ਚ ਹੋ ਜਾਏਗਾ। ਦੈਨ ਜੇ ਪੁੱਛਿਆ ਜਾਵੇ ਸਟ੍ਰੈਟੋਸਫੀਅਰ, ਤਾਂ ਜੇ ਸਟ੍ਰੈਟੋਸਫੀਅਰ ਉਹ ਕਵੇ ਤਾਂ ਸਟ੍ਰੈਟੋਸਫੀਅਰ ਦੇ ਵਿੱਚ ਆਪਾਂ ਕੀ ਕਹਾਂਗੇ, ਸਟ੍ਰੈਟੋਸਫੀਅਰ ਦੇ ਵਿੱਚ ਸਿੰਪਲੀ ਹੋਏਗਾ ਕਿ ਸਟ੍ਰੈਟੋਸਫੀਅਰ ਇੱਕ ਅਜਿਹੀ ਲੇਅਰ ਹੈ ਜਿਹਦੇ ਵਿੱਚ ਕੀ ਪ੍ਰੈਜੈਂਟ ਹੈ, ਓਜ਼ੋਨ ਲੇਅਰ ਪ੍ਰੈਜੈਂਟ ਹੈ। ਠੀਕ ਹੈ। ਫਿਰ ਜੇ ਮੀਜ਼ੋਸਫੀਅਰ ਕਹਿੰਦੇ ਤਾਂ ਮੀਜ਼ੋਸਫੀਅਰ ਦੇ ਵਿੱਚ ਸਿੰਪਲੀ ਹੁੰਦਾ ਕਿ ਇਹਦੇ ਵਿੱਚ ਨਾ ਜਿਹੜਾ ਟੈਂਪਰੇਚਰ ਡਾਊਨ ਬਹੁਤ ਜ਼ਿਆਦਾ ਚਲਾ ਜਾਂਦਾ ਹੈ। ਅਤੇ ਥਰਮੋ ਨੂੰ ਹੋਰ ਕੀ ਕਹਿ ਦਿੰਦੇ ਆਪਾਂ, ਆਈਨੋਸਫੀਅਰ ਵੀ ਕਹਿ ਦਿੰਦੇ ਹਾਂ। ਔਰ ਇਹਦੇ ਵਿੱਚ ਹੁੰਦੀ ਕੀ ਹੈ, ਰੇਡੀਓ ਕਮਿਊਨੀਕੇਸ਼ਨ ਬੈਸਟ ਹੁੰਦੀ ਹੈ। ਠੀਕ ਹੈ ਜੀ। ਆਈ ਹੋਪ ਕਿ ਮੇਰਾ ਲੈਕਚਰ ਹੈ ਜਿਹੜਾ ਅੱਜ ਦਾ ਤੁਹਾਨੂੰ ਕੰਪਲੀਟਲੀ ਸਮਝ ਆ ਗਿਆ ਹੋਏਗਾ। ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਦੇ ਲਈ। ਪਲੀਜ਼ ਡੂ ਲਾਈਕ ਐਂਡ ਸ਼ੇਅਰ। Thank you so much.